ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਅੱਜ 451ਵੇਂ ਵਚਨ ਦੀ ਅਧਿਐਨ ਦੇ ਵਿੱਚ ਆਪ ਦਾ ਸਵਾਗਤ ਕਰਦੇ ਹਾਂ। ਪ੍ਰਭੂ ਆਪ ਨੂੰ ਅੱਜ ਦੇ ਵਚਨ ਨੂੰ ਸਮਝਣ ਦੇ ਲਈ ਅਤੇ ਜਾਣਨ ਦੇ ਲਈ ਆਪਣੀ ਬੁੱਧ ਆਪਣੀ ਸਮਝ ਦੇਵੇ। ਇਸ ਤੋਂ ਪਹਿਲਾਂ ਕਿ ਅਸੀਂ ਵਚਨ ਦਾ ਮਨਨ ਕਰੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਧੰਨਵਾਦ ਕਰਦੇ ਹਾਂ ਅੱਜ ਦਾ ਵਚਨ ਜੋ ਤੂੰ ਸਾਨੂੰ ਦੇਣ ਜਾ ਰਿਹਾ ਹੈ। ਇਸ ਵਚਨ ਦੇ ਰਾਹੀਂ ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਹੋਵੇ ਔਰ ਤੇਰਾ ਹੀ ਨਾਮ ਸਾਡੇ ਜੀਵਨ ਵਿੱਚ ਉੱਚਾ ਹੋ ਸਕੇ। ਸੁਣਨ ਵਾਲੇ ਨੂੰ ਆਪਣੀ ਬੁੱਧ, ਆਪਣੀ ਸਮਝ, ਆਪਣਾ ਗਿਆਨ ਦੇ, ਬੋਲਣ ਵਾਲੇ ਨੂੰ ਆਪਣੀ ਆਤਮਾ ਦੀ ਪਰਮੇਸ਼ਰ ਪਿਤਾ ਸ਼ਬਦ ਅਤੇ ਪਰਮੇਸ਼ਰ ਪਿਤਾ ਉਸ ਦਾ ਵਕਾਸ਼ਵਾ ਕਰਨ ਵਾਲਾ ਬੋਲ ਦੇ, ਜਿਸ ਦੇ ਨਾਲ ਹਰ ਇੱਕ ਵਿਅਕਤੀ ਤੇਰੇ ਵਚਨ ਦੇ ਭੇਤ ਨੂੰ ਸਮਝ ਕੇ ਤੇਰੀ ਜਿਉਂਦੀ ਆਸ ਦੇ ਵਿੱਚ ਅੱਗੇ ਵੱਧ ਸਕੇ। ਇਹ ਸਾਰਾ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਰਸੂਲਾਂ ਦੇ ਕਰਤੱਵ, ਉਸ ਦਾ 17 ਅਧਿਆਏ, ਉਸ ਦੀ 23 ਆਇਤ। ਇੱਥੇ ਲਿਖਿਆ ਹੋਇਆ ਹੈ, ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਵੀ ਵੇਖੀ, ਜਿਹਦੇ ਉੱਤੇ ਲਿਖਿਆ ਹੋਇਆ ਸੀ ਅਣਜਾਤੇ ਦੇਵ ਲਈ, ਉਪਰੰਤ ਜਿਹਨੂੰ ਤੁਸਾਂ ਬਿਨਾਂ ਜਾਣੇ ਪੂਜਦੇ ਹੋ, ਮੈਂ ਤੁਹਾਨੂੰ ਉਸ ਦੀ ਖਬਰ ਦਿੰਦਾ ਹਾਂ। ਇਸ ਜੋ ਚੈਪਟਰ ਨੂੰ ਮੈਂ ਲਿਆ ਹੈ, ਇਸ ਦਾ ਜੋ ਮੁੱਖ ਵਿਸ਼ਾ ਹੈ ਉਹ ਹੈ ਪ੍ਰਭੂ ਦੀ ਖੁਸ਼ਖਬਰੀ ਸੁਣਾਉਣ ਦੇ ਲਈ ਮੌਕੇ ਦੀ ਭਾਲ ਵਿੱਚ ਰਹਿਣਾ। ਪ੍ਰਭੂ ਦੀ ਖੁਸ਼ਖਬਰੀ ਸੁਣਾਉਣ ਦੇ ਲਈ ਮੌਕੇ ਦੀ ਭਾਲ ਦੇ ਵਿੱਚ ਰਹਿਣਾ। ਅੱਜ ਕੱਲ੍ਹ ਜਿਹੜਾ ਸਮਾਂ ਚੱਲ ਰਿਹਾ ਹੈ ਉਹ ਖੁਸ਼ਖਬਰੀ ਸੁਣਾਉਣ ਦਾ ਮੌਕਾ ਹੈ, ਉਹਦੀ ਭਾਲ ਦੇ ਵਿੱਚ ਰਹਿਣਾ। ਮੈਂ ਜਦੋਂ ਰਸੂਲਾਂ ਦੇ ਕਰਤੱਵ 17 ਅਧਿਆਏ ਨੂੰ ਪੜ੍ਹ ਰਿਹਾ ਸੀ ਤਾਂ ਇਸ ਵਿੱਚ ਪੌਲਸ ਜਦੋਂ ਅਥੇਨੇ ਨਗਰ ਵਿੱਚ ਜਾਂਦਾ ਹੈ ਤਾਂ ਉੱਥੇ ਬਹੁਤ ਸਾਰੀਆਂ ਮੂਰਤਾਂ ਅਤੇ ਬਹੁਤ ਸਾਰੇ ਅਜਿਹੇ ਕੰਮ ਦੇਖਦਾ ਹੈ ਜਿਸ ਤੋਂ ਪੌਲਸ ਦੇ ਜੀਵਨ ਦੇ ਵਿੱਚ ਅੱਗ ਲੱਗ ਜਾਂਦੀ ਹੈ। ਔਰ ਇਸ ਜਗ੍ਹਾ ਦੇ ਉੱਤੇ ਅਸੀਂ ਦੇਖਦੇ ਹਾਂ ਪੌਲਸ ਨੂੰ ਇਹ ਵੇਖ ਕੇ ਉਹ ਜਲ ਜਿਹਾ ਜਾਂਦਾ ਹੈ। ਮਤਲਬ ਕਿ 17 ਦੀ 16 ਆਇਤ ਦੇ ਵਿੱਚ ਇਹ ਲਿਖਿਆ ਹੋਇਆ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਲਿਖਿਆ, ਜਦੋਂ ਪੌਲਸ ਅਥੇਨੇ ਵਿੱਚ ਉਹਨਾਂ ਦੀ ਉਡੀਕ ਕਰਦਾ ਸੀ ਤਾਂ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹਦਾ ਜੀ ਜਲ ਗਿਆ। ਅਗਰ ਮੈਂ ਅਤੇ ਆਪ ਵਿਸ਼ਵਾਸੀ ਆ ਤਾਂ ਮੇਰੇ ਜੀਵਨ ਦੇ ਵਿੱਚ ਵੀ ਜਦੋਂ ਅਸੀਂ ਆਪਣੇ ਆਲੇ ਦੁਆਲੇ ਦਾ ਇਸ ਤਰ੍ਹਾਂ ਦਾ ਉੱਭਰਦਾ ਮਾਹੌਲ ਦੇਖੀਏ ਜਿਸ ਵਿੱਚ ਪਰਮੇਸ਼ਵਰ ਨੂੰ ਉਹਨਾਂ ਅਵਸਥਾ ਦੇ ਨਾਲ ਉਸ ਦੀ ਤੁਲਨਾ ਕੀਤੀ ਜਾਵੇ ਜਿਹੜੀਆਂ ਨਿਰਜੀਵ ਹੈ, ਜਿਨ੍ਹਾਂ 'ਚ ਜਾਨ ਹੀ ਨਹੀਂ ਹੈਗੀ ਹੈ, ਜਿਨ੍ਹਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦਾ ਕਾਰਜ ਹੈ ਹੀ ਨਹੀਂ। ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਕਾਸ਼ ਮੇਰਾ ਸਿੰਘਾਸਨ ਅਤੇ ਧਰਤੀ ਮੇਰੇ ਪੈਰਾਂ ਦੀ ਚੌਕੀ, ਤੁਸੀਂ ਮੇਰੇ ਲਈ ਕਿਹੋ ਜਿਹਾ ਘਰ ਬਣਾਓਗੇ। ਔਰ ਬਾਣੀ ਇਹ ਦੱਸਦੀ ਹੈ, ਯਹੋਨਾ ਦੀ ਅੰਜੀਲ ਜਦੋਂ ਅਸੀਂ 1 ਅਧਿਆਏ ਉਸ ਦੀ 18 ਆਇਤ ਨੂੰ ਪੜ੍ਹਦੇ ਹਾਂ ਤਾਂ ਕਹਿੰਦਾ ਹੈ, ਕਿਸੇ ਨੇ ਵੀ ਅਜੇ ਤੱਕ ਪਰਮੇਸ਼ਰ ਨੂੰ ਨਹੀਂ ਵੇਖਿਆ, ਸਿਰਫ ਇਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ ਜਿਸ ਨੇ ਉਸੇ ਨੂੰ ਪ੍ਰਗਟ ਕੀਤਾ ਹੈ। ਇਹਦਾ ਮਤਲਬ ਕੋਈ ਵੀ ਉਸ ਤੋਂ ਪਹਿਲਾਂ ਪਰਮੇਸ਼ਰ ਨੂੰ ਨਾ ਦੇਖ ਸਕਿਆ, ਨਾ ਕਿਸੇ ਨੇ ਪਰਮੇਸ਼ਰ ਨੂੰ ਦੇਖਿਆ ਹੈ। ਪਰਮੇਸ਼ਵਰ ਇੰਨਾ ਮਹਿਮਾਮय ਔਰ ਪ੍ਰਤਾਪ ਦੇ ਨਾਲ ਭਰਪੂਰ ਹੈ, ਉਸ ਨੂੰ ਅਗਰ ਅਸੀਂ ਦੇਖਣਾ ਚਾਹੀਏ ਤਾਂ ਅਸੀਂ ਨਸ਼ਟ ਹੋ ਜਾਵਾਂਗੇ, ਅਸੀਂ ਤਬਾਹ ਹੋ ਜਾਵਾਂਗੇ, ਸਾਡਾ ਵਜੂਦ ਨਹੀਂ ਮਿਲੇਗਾ। ਪਰ ਇੱਥੇ ਪੌਲਸ ਜਦੋਂ ਇਹ ਚੀਜ਼ਾਂ ਦੇਖ ਰਿਹਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਇੱਥੇ ਨਫ਼ਰਤ ਆਈ ਹੈ।
ਔਰ ਮੈਂ ਜਦੋਂ 17 ਦੀ 18 ਪੜ੍ਹਦਾ ਹਾਂ ਤਾਂ ਇੱਥੇ ਲਿਖਿਆ ਹੈ ਕਿ ਪਿਊਕਰੀ ਅਤੇ ਸਤੋਇਕੀ ਪੰਡਤਾਂ ਵਿੱਚੋਂ ਕਈਕ ਉਸ ਨਾਲ ਟਕਰਾਉਣ ਲੱਗੇ ਅਤੇ ਕਈਆਂ ਨੇ ਆਖਿਆ, ਜੋ ਇਹ ਵਕਵਾਦੀ ਕੀ ਕਹਿਣਾ ਚਾਹੁੰਦਾ ਹੈ। ਕਈ ਬੋਲੇ, ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਮਾਲੂਮ ਹੁੰਦਾ ਹੈ, ਕਿਉਂ ਜੋ ਉਹ ਯਸੂ ਔਰ ਕਿਆਮਤ ਦੀ ਖੁਸ਼ਖਬਰੀ ਨੂੰ ਸੁਣਾਉਂਦਾ ਹੈ। ਪਹਿਲੀ ਗੱਲ ਅਸੀਂ ਇੱਥੇ ਦੇਖਦੇ ਹਾਂ, ਇੱਕ ਤਾਂ ਪੌਲਸ ਦੇ ਅੰਦਰ ਸੰਸਾਰ ਦੇ ਵਿੱਚ ਜਦੋਂ ਪਰਮੇਸ਼ਰ ਨੂੰ ਦੂਸਰੇ ਸਰੂਪ ਨਾਲ ਵਟਾਉਂਦਿਆਂ ਹੋਇਆ ਵੇਖ ਰਹੇ ਸੀ ਤਾਂ ਉਹਦਾ ਜੀ ਜਲ ਰਿਹਾ ਸੀ। ਮੇਰੇ ਵਿੱਚ ਵੀ ਇਹ ਗੱਲ ਹੋਣੀ ਚਾਹੀਦੀ ਹੈ, ਜਦੋਂ ਮੈਂ ਕਿਸੇ ਆਪਣੇ ਵਿਅਕਤੀ ਨੂੰ, ਆਪਣੇ ਕਿਸੇ ਪਰਸਨ ਨੂੰ ਜਿਉਂਦੇ ਪਰਮੇਸ਼ਰ ਨੂੰ ਮੁਰਦਿਆਂ ਅਵਸਥਾ ਦੇ ਵਿੱਚ ਵੇਖਾਂ, ਉਹਦੀ ਉਪਾਸਨਾ ਕਰਦਿਆਂ, ਤਾਂ ਮੇਰਾ ਜੀ ਜਲ ਉੱਠਣਾ ਚਾਹੀਦਾ ਹੈ। ਪੌਲਸ ਦਾ ਜਲ ਉੱਠਿਆ। ਦੂਸਰੀ ਗੱਲ, ਪੌਲਸ ਇੱਥੇ ਕੀ ਕਰ ਰਿਹਾ ਸੀ? ਯਿਸੂ ਮਸੀਹ ਅਤੇ ਉਸ ਦੇ ਆਉਣ ਦੇ ਬਾਰੇ ਖੁਸ਼ਖਬਰੀ ਸੁਣਾ ਰਿਹਾ ਸੀ। ਇਹਦਾ ਮਤਲਬ ਪੌਲਸ ਨੂੰ ਇੱਥੇ ਮੌਕਾ ਮਿਲ ਗਿਆ ਸੀ ਪ੍ਰਚਾਰ ਕਰਨ ਦਾ, ਕਿਉਂਕਿ ਉਹ ਲੋਕ ਹਜੇ ਤੱਕ ਪਰਮੇਸ਼ਰ ਅਤੇ ਜਿਉਂਦੇ ਪਰਮੇਸ਼ਰ ਨੂੰ ਹਜੇ ਤੱਕ ਨਾ ਸਮਝੇ ਸੀ, ਨਾ ਉਹਨਾਂ ਨੂੰ ਪਤਾ ਸੀ ਅਥੇਨੇ ਦੇ ਲੋਕ ਕਿਸ ਤਰ੍ਹਾਂ ਦੇ ਸੀ। ਪਰ ਜਦੋਂ ਉਹ ਉਹਨੂੰ ਇਕੱਠੇ ਕਰਕੇ ਅਰਿਗਿਉਪੁਸ ਦੇ ਕੋਲ ਲੈ ਕੇ ਆਏ, ਜਿਹੜਾ ਉੱਥੇ ਦਾ ਨਿਆਈ ਸੀ, ਤਦ ਉੱਥੇ ਪੌਲਸ ਨੇ ਆਪਣਾ ਮੂੰਹ ਉਹਨਾਂ ਨੂੰ ਖੋਲ੍ਹਿਆ ਅਤੇ ਕਹਿਣ ਲੱਗਾ, ਹੈ ਅਥੇਨਿਓ, ਮੈਂ ਤੁਹਾਡੇ ਨਾਲ ਹਰ ਤਰ੍ਹਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ। ਇਹਦਾ ਮਤਲਬ ਦੇਖੋ ਤਰੀਕਾ, ਪੌਲਸ ਹਮੇਸ਼ਾ ਖੁਸ਼ਖਬਰੀ ਸੁਣਾਉਣ ਦਾ ਮੌਕਾ ਭਾਲ ਲੈਂਦਾ ਸੀ। ਉਹਦੇ ਕੋਲ ਪਰਮੇਸ਼ਵਰ ਨੇ ਆਪਣਾ ਆਤਮਾ ਦਾ ਬਲ ਉਸ ਨੂੰ ਦਿੱਤਾ ਹੋਇਆ। ਅੱਜ ਵੀ ਮੈਨੂੰ ਅਤੇ ਆਪ ਨੂੰ ਇਹ ਬਲ ਦਿੱਤਾ ਹੋਇਆ ਹੈ। ਪਰਮੇਸ਼ਰ ਕਹਿੰਦਾ, ਮੈਂ ਜਦੋਂ ਤੁਸੀਂ ਖੁਸ਼ਖਬਰੀ ਨੂੰ ਸੁਣਾਉਣ ਲਈ ਨਿਕਲਦੇ ਆ ਜਾਂ ਖੁਸ਼ਖਬਰੀ ਸੁਣਾਉਣ ਦੇ ਲਈ ਤੁਸੀਂ ਮੌਕਾ ਦੇਖਦੇ ਆ, ਤਾਂ ਮੈਂ ਤੁਹਾਡੇ ਲਈ ਭੂਮਿਕਾ ਤਿਆਰ ਕਰ ਦਿੰਦਾ। ਪੌਲਸ ਉਸ ਪੂਰੇ ਸ਼ਹਿਰ ਦੇ ਵਿੱਚ ਘੁੰਮਿਆ ਔਰ ਉਸ ਤੋਂ ਬਾਅਦ ਉਸਨੇ ਪ੍ਰਚਾਰ ਸ਼ੁਰੂ ਕੀਤਾ। ਤਾਂ ਉਹਨੇ ਦੱਸਿਆ ਕੀ ਸ਼ੁਰੂਆਤ ਕੀਤੀ ਉਸ ਜਗ੍ਹਾ ਤੇ, ਕਿਉਂਕਿ ਉਹ ਕਿਸੇ ਦੇ ਬਾਰੇ ਕੋਈ ਗਲਤ ਬੋਲ ਨਹੀਂ ਸਕਦਾ ਸੀ, ਨਾ ਕੁਝ ਦੱਸ ਸਕਦਾ ਸੀ। ਪਰ ਉਸ ਨੂੰ ਉੱਥੇ ਇੱਕ ਬੇਦੀ ਮਿਲੀ ਔਰ ਉਸ ਬੇਦੀ ਦੇ ਵਿੱਚ ਲਿਖਿਆ ਹੋਇਆ ਸੀ ਅਣਜਾਣੇ ਦੇਵਤੇ। ਜਿਹੜੇ ਸਤੋਇਕੀ ਪੰਡਤ ਸੀ ਉਹ ਉਸ ਦੇ ਖਿਲਾਫ ਬਹੁਤ ਸਾਰੀਆਂ ਗੱਲਾਂ ਕਰ ਰਹੇ ਸੀ, ਉਹ ਉਸ ਚੀਜ਼ ਨੂੰ ਸਵੀਕਾਰ ਨਹੀਂ ਸੀ ਕਰ ਰਹੇ। ਪਰ ਮੈਂ ਉਹਨਾਂ ਦੇ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ। ਅਪਕੂਰੀਆਂ ਦੇ ਸ਼ੁਰੂ ਵਿੱਚ ਸਿਖਾਇਆ ਗਿਆ ਸੀ ਕਿ ਉੱਤਮ ਭਲੇ ਕੰਮ ਕਰਨ ਜਾਂ ਖੋਜ ਕਰਨ ਨਾਲ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ। ਇਹ ਸਤੋਇਕੀ ਪੰਡਤਾਂ ਦਾ ਕਹਿਣਾ ਸੀ, ਜੇ ਤੁਸੀਂ ਭਲਾ ਕਰੋਗੇ, ਜੇ ਤੁਸੀਂ ਭਲਾ ਕਰਨ ਦੀ ਖੋਜ ਵਿੱਚ ਲੱਗੋਗੇ ਤਾਂ ਜੀਵਨ ਵਿੱਚ ਖੁਸ਼ੀਆਂ। ਪਰ ਉਹ ਖੁਸ਼ੀਆਂ ਦੇ ਵਿੱਚ ਅਸਲ ਜਿਹੜਾ ਆਤਮਿਕ ਸਦੀਪਕ ਜਿਉਣਾ ਉਹ ਨਹੀਂ ਹੈ। ਇੱਥੇ ਉਹ ਇਹ ਵੀ ਦੱਸਦੇ, ਪਰ ਪੌਲਸ ਦੇ ਸਮੇਂ ਵਿੱਚ ਇਹ ਵਿਸ਼ਵਾਸ ਜੀਵਨ ਸਭ ਤੋਂ ਜੋ ਸਰੀਰਕ ਇੱਛਾਵਾਂ ਨੂੰ ਸੰਤੁਸ਼ਟ ਕਰਦਾ ਹੈ ਉਸ ਤੇ ਆਧਾਰਿਤ ਸੀ। ਅੱਜ ਕੱਲ੍ਹ ਜਿਹੜੇ ਪ੍ਰਚਾਰਕ ਹੈ ਉਹ ਪ੍ਰਭੂ ਦੀ ਇਸ ਖੁਸ਼ਖਬਰੀ ਨੂੰ ਨਾ ਸੁਣਾਉਣ ਦੀ ਬਜਾਏ ਕੀ ਕਰ ਰਹੇ ਆ, ਸਰੀਰਕ ਅਤੇ ਭੌਤਿਕ ਅਜਿਹੇ ਕੰਮਾਂ ਦੇ ਮਗਰ, ਮਤਲਬ ਕਿ ਜਿਹਨੂੰ ਅਸੀਂ ਕਹਿੰਦੇ ਆ ਚੰਗੇ ਕੰਮ ਕਰਨ ਦੇ ਲਈ, ਉੱਤਮ ਕੰਮ ਕਰਨ ਦੇ ਲਈ ਲੋਕਾਂ ਨੂੰ ਉਸਕਾਉਂਦੇ ਆ, ਤੇ ਉਹ ਉਸ ਖੁਸ਼ਖਬਰੀ ਤੱਕ ਨਹੀਂ ਉਹਨਾਂ ਨੂੰ ਜਾਣ ਦਿੰਦੇ ਕਿ ਜਾਓ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਵਿੱਚ ਪ੍ਰਚਾਰ ਕਰੋ। ਅਸੀਂ ਜਦੋਂ ਕਲੀਸਿਆ ਦੇ ਵਿੱਚ ਪ੍ਰਚਾਰ ਕਰਦੇ ਹਾਂ ਤਾਂ ਬੱਚੇ ਤੱਕ ਨੂੰ ਵੀ ਇਹ ਕਹਿੰਦੇ ਆ, ਜਾਓ ਜਾ ਕੇ ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰੋ, ਕਿਉਂਕਿ ਇਹ ਸਾਡਾ ਰਿਣ ਹੈ, ਇਹ ਸਾਡਾ ਕਰਤੱਵ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੇ ਜੋ ਭਲਾ ਕੰਮ ਮੇਰੇ ਲਈ ਕੀਤਾ ਹੈ, ਮੈਂ ਪਾਪੀ ਸਾਂ, ਮੇਰੇ ਪਾਪੀ ਦੇ ਲਈ ਸਜ਼ਾ ਮੌਤ ਸੀ,
ਕਿਉਂਕਿ ਬਾਣੀ ਦੇ ਵਿੱਚ ਜਦੋਂ ਅਸੀਂ ਰੋਮੀਆਂ 6:23 ਪੜ੍ਹਦੇ ਹਾਂ ਤਾਂ ਪਰਮੇਸ਼ਰ ਦਾ ਦਾਸ ਪੌਲਸ ਰਸੂਲ ਉੱਥੇ ਕਹਿੰਦਾ ਹੈ, ਪਾਪ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ਿਸ਼ ਮਸੀਹ ਯਸੂ ਦੇ ਵਿੱਚ ਅਨੰਤ ਜੀਵਨ ਹੈ। ਇਹਦਾ ਮਤਲਬ ਪਾਪ ਦੀ ਮਜ਼ਦੂਰੀ ਮੌਤ ਹੈ, ਔਰ ਉਸ ਮੌਤ ਤੋਂ ਬਚਣ ਦੇ ਲਈ ਪਰਮੇਸ਼ਰ ਨੇ ਸਾਡੇ ਕੋਲ ਸਵੈ ਖੁਸ਼ਖਬਰੀ ਦਿੱਤੀ ਆ। ਉਹ ਖੁਸ਼ਖਬਰੀ ਕੀ ਹੈ ਕਿ ਪਰਮੇਸ਼ਰ ਨੇ ਮਨੁੱਖ ਨੂੰ ਬਚਾਉਣ ਦੇ ਲਈ ਇੱਕ ਵਿਉਂਤ ਬਣਾਈ, ਯੋਜਨਾ ਬਣਾਈ। ਯੋਜਨਾ ਕੀ ਬਣਾਈ ਕਿ ਉਹ ਸਵੈਂ ਮਨੁੱਖ ਬਣ ਕੇ ਇਸ ਧਰਤੀ ਦੇ ਵਿੱਚ ਆਇਆ ਔਰ ਉਸ ਨੇ ਮਨੁੱਖੀ ਜੀਵਨ ਦੇ ਪਾਪ ਦਾ ਰਿਣ ਕਰਜ਼ ਕਾਲਵਰੀ ਕਰੂਸ ਦੇ ਉੱਤੇ ਚੁਕਾਇਆ। ਉਸ ਨੇ ਆਪਣੀ ਸਰੀਰ ਨੂੰ ਤੋੜੇ ਜਾਣ ਦੇ ਲਈ ਦੇ ਦਿੱਤਾ ਅਤੇ ਉਸ ਨੂੰ ਆਪਣੀ ਦੇਹ ਨੂੰ ਆਪਣਾ ਤਸੀਹੇ ਝੱਲਣ ਦੇ ਲਈ ਦੇ ਦਿੱਤਾ। ਉਸ ਦੇ ਹੱਥਾਂ ਦੇ ਵਿੱਚ ਕਿੱਲ ਠੋਕੇ ਗਏ, ਉਸ ਦੇ ਪੈਰਾਂ ਦੇ ਵਿੱਚ ਕਿੱਲ ਠੋਕੇ ਗਏ, ਸਿਰ ਦੇ ਉੱਤੇ ਕੰਡਿਆਂ ਦਾ ਤਾਜ ਗੁੰਨਿਆ ਗਿਆ, ਪਿੱਠ ਦੇ ਉੱਤੇ 39 ਕੋੜੇ ਮਾਰੇ ਗਏ ਔਰ ਉਸ ਤੋਂ ਉਪਰੰਤ ਉਸ ਨੂੰ ਗੋਲਗੱਥਾ ਪਹਾੜ ਦੇ ਉੱਤੇ ਜਾ ਕੇ, ਜਿਹੜਾ ਖੋਪੜੀ ਵੀ ਸਦਾਉਂਦਾ ਹੈ, ਉੱਥੇ ਉਸ ਨੂੰ ਕਾਲਵਰੀ ਕਰੂਸ ਦੇ ਉੱਤੇ ਲਟਕਾ ਦਿੱਤਾ ਗਿਆ। ਕਾਹਦੇ ਲਈ? ਮੇਰੇ ਪਾਪ ਦਾ ਅਤੇ ਸਰਵੱਤ ਮਨੁੱਖ ਜਾਤੀ ਦੇ ਪਾਪ ਦਾ ਕਰਜ਼ ਉਸ ਉੱਤੇ ਲੱਦ ਦਿੱਤਾ ਗਿਆ। ਉਸ ਨੇ ਸਰਵੱਤ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਆਪਣੀ ਜਾਨ ਕਾਲਵਰੀ ਕਰੂਸ ਦੇ ਉੱਤੇ ਦੇ ਦਿੱਤੀ। ਇਹਦਾ ਮਤਲਬ ਉਹ ਇੱਕੋ ਇੱਕ ਪਰਮੇਸ਼ਰ ਹੈ ਜਿਸ ਨੇ ਮੈਨੂੰ ਪਾਪ ਤੋਂ ਬਚਾਉਣ ਦੇ ਲਈ ਆਪਣੀ ਜਾਨ ਕਾਲਵਰੀ ਕਰੂਸ ਦੇ ਉੱਤੇ ਦਿੱਤੀ। ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਦੱਸਦਾ ਆ ਰਿਹਾ ਸੀ, ਪਰਮੇਸ਼ਰ ਪੁੱਤਰ ਦਾ ਕਾਰਜ ਇੱਕੋ ਹੀ ਸੀ, ਕੰਮ ਇੱਕੋ ਹੀ ਸੀ, ਮਨੁੱਖਾਂ ਨੂੰ ਪਾਪਾਂ ਤੋਂ ਬਚਾਉਣ ਦੇ ਲਈ। ਅੱਜ ਤੱਕ ਮੈਂ ਦੇਖਿਆ ਨਹੀਂ, ਨਾ ਮੈਂ ਕਿਸੇ ਸੁਣਿਆ ਹੈ ਕਿ ਕਿਸੇ ਨੇ ਮਨੁੱਖ ਦੇ ਪਾਪਾਂ ਦੇ ਲਈ ਆਪਣੀ ਜਾਨ ਦਿੱਤੀ ਹੋਵੇ ਜਾਂ ਉਹਨਾਂ ਦੇ ਪਾਪਾਂ ਦੇ ਲਈ ਕੋਈ ਮਨੁੱਖ ਮਰਿਆ ਹੋਵੇ। ਚੰਗੇ ਭਲੇ ਦੇ ਲਈ ਤਾਂ ਹਰ ਕੋਈ ਜਾਨ ਦੇਣ ਨੂੰ ਤਿਆਰ ਹੈ, ਸ਼ਹੀਦੀਆਂ ਦੇਣ ਨੂੰ ਹਰ ਕੋਈ ਤਿਆਰ ਹੈ, ਪਰ ਕੀ ਪਾਪ ਦੇ ਬਦਲੇ ਕੋਈ ਤੁਹਾਡੇ ਲਈ ਆਪਣੀ ਜਾਨ ਦੇਣ ਨੂੰ ਤਿਆਰ ਹੈ? ਕਿਸੇ ਨੇ ਤੁਹਾਡੇ ਲਈ ਜਾਨ ਦਿੱਤੀ ਹੈ? ਤੁਹਾਡੇ ਪਾਪਾਂ ਦੇ ਲਈ ਜਾਨ ਦਿੱਤੀ ਹੈ? ਕਿਤੇ ਵੀ ਸ਼ਾਸਤਰਾਂ ਦੇ ਵਿੱਚ ਨਹੀਂ ਆਉਂਦਾ ਹੈ, ਪਰ ਇੱਥੇ ਪ੍ਰਭੂ ਨੇ ਜਾਨ ਦਿੱਤੀ ਹੈ। ਔਰ ਪੌਲਸ ਇਸ ਗੱਲ ਦਾ ਪ੍ਰਚਾਰ ਅਥੇਨੇ ਦੇ ਲੋਕਾਂ ਦੇ ਵਿੱਚ ਇੱਕ ਅਣਜਾਣੇ, ਜਿੱਥੇ ਬੇਦੀ ਲਿਖੀ ਹੋਈ ਸੀ ਜੋ ਸਤੋਇਕੀ ਪੰਡਤਾਂ ਦੇ ਰਾਹੀਂ ਤਿਆਰ ਕੀਤੀ ਗਈ ਸੀ, ਜਿਨ੍ਹਾਂ ਦਾ ਵਿਚਾਰ ਇਹ ਸੀ ਤੁਸੀਂ ਉੱਤਮ ਅਤੇ ਭਲੇ ਅਤੇ ਚੰਗੇ ਕੰਮ ਕਰੋ ਤਾਂ ਇਹਦੇ ਨਾਲ ਤੁਹਾਡੇ ਵਿੱਚ ਖੁਸ਼ੀਆਂ ਆਉਣਗੀਆਂ। ਇਹ ਸਰੀਰਕ ਵਾਦ ਹੈ, ਇਹ ਸਰੀਰਕ ਖੁਸ਼ੀਆਂ ਦੀ ਗੱਲ ਹੈ, ਆਤਮਿਕ ਖੁਸ਼ੀਆਂ ਦੀ ਗੱਲ ਨਹੀਂ। ਇਹ ਆਤਮਿਕ ਬਚਾਵ ਦੀ ਗੱਲ ਨਹੀਂ, ਇਹ ਆਤਮਾ ਦੇ ਪਾਪ ਤੋਂ ਛੁਟਕਾਰੇ ਦੀ ਗੱਲ ਨਹੀਂ। ਅਸੀਂ ਹੋਰ ਵੀ ਇੱਥੇ ਦੇਖਦੇ ਹਾਂ, ਸਤੋਇਕੀ ਪੰਡਤਾਂ ਨੇ ਸਿਖਾਇਆ ਸੀ ਕਿ ਲੋਕਾਂ ਨੂੰ ਕੁਦਰਤ ਦੇ ਨਾਲ ਇੱਕਸਾਰ ਰਹਿਣਾ ਅਤੇ ਆਤਮ ਭਰੋਸੇਮੰਦ ਅਤੇ ਆਪਸੀ ਨਿਰਭਰ ਹੋਣਾ ਅਤੇ ਕਾਮੀ ਜਾਂ ਬਿਲਾਮੀ ਇੱਛਾਵਾਂ ਨੂੰ ਰੋਕਣਾ। ਇੱਕ ਸਮੇਂ ਸਤੋਇਕੀ ਕੋਲ ਕੁਝ ਚੰਗੀਆਂ ਖੂਬੀਆਂ ਰਹੀਆਂ ਸਨ, ਪਰ ਸਮੇਂ ਦੇ ਬੀਤ ਜਾਣ ਨਾਲ ਇਹ ਇੱਕ ਹੰਕਾਰ ਅਤੇ ਆਤਮ ਘਮੰਡ ਦੀ ਪ੍ਰਣਾਲੀ ਬਣ ਗਈ ਸੀ। ਪੌਲਸ ਉਹਨਾਂ ਦੇ ਇਸ ਆਤਮ ਘਮੰਡ ਨੂੰ ਤੋੜਨ ਦੇ ਲਈ ਪ੍ਰਭੂ ਯਿਸੂ ਮਸੀਹ ਨੂੰ ਅੱਗੇ ਰੱਖਦਾ ਹੈ। ਯਸ਼ਾਇਆ 64 ਅਧਿਆਏ ਦੇ ਵਿੱਚ ਲਿਖਿਆ ਹੈ ਕਿ ਸਾਡੇ ਚੰਗੇ ਕੰਮ ਮੈਲੇ ਚਿੱਠੜੇ ਕੱਪੜਿਆਂ ਦੇ ਸਮਾਨ ਹੈ। ਕਿਉਂ? ਕਿਉਂਕਿ ਉਸ ਦੇ ਨਾਲ ਸਾਡੀ ਮੁਕਤੀ ਨਹੀਂ ਹੋ ਸਕਦੀ। ਜੇ ਮੈਂ ਚੰਗੇ ਕੰਮ ਕਰਕੇ ਮੁਕਤੀ ਪਾਉਣੀ ਹੁੰਦੀ ਤਾਂ ਅੱਜ ਸਾਰਾ ਸੰਸਾਰ ਚੰਗੇ ਕੰਮ ਕਰਕੇ ਮੁਕਤੀ ਪਾ ਲੈਂਦਾ, ਪਰ ਪਰਮੇਸ਼ਵਰ ਨੇ ਆਪਣਾ ਪਿਆਰਾ ਪੁੱਤਰ ਦਿੱਤਾ। ਉਹ ਕਹਿੰਦਾ ਜਿਹੜਾ ਇਸ ਉੱਤੇ ਵਿਸ਼ਵਾਸ ਕਰੇਗਾ ਉਸ ਦੀਪਕ ਜਿਉਣ ਪਾਏਗਾ। ਕਿਉਂਕਿ ਯਹੋਨਾ 3:16 ਜਿਹੜਾ ਪਰਮੇਸ਼ਵਰ ਦਾ ਦਿਲ ਹੈ, ਪਰਮੇਸ਼ਵਰ ਦਾ ਹਾਰਟ ਹੈ, ਉਹ ਕਹਿੰਦਾ ਹੈ ਜੇ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਕਿ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਉਹ ਨਾਸ਼ ਨਾ ਹੋਵੇ ਬਲਕਿ ਸਦੀਪਕ ਸਦਾ ਦਾ ਅਮਰਤਾ ਦਾ ਜੀਵਨ ਪ੍ਰਾਪਤ ਕਰੇ। ਔਰ ਪੌਲਸ ਦਾ ਸੰਦੇਸ਼ ਇਹੋ ਸੀ, ਕਹਿੰਦਾ ਉਸ ਅਣਜਾਣੇ ਦੇ ਜਿਹਨੂੰ ਤੁਸੀਂ ਨਹੀਂ ਜਾਣਦੇ ਮੈਂ ਉਹਨੂੰ ਜਾਣਦਾ, ਮੈਂ ਉਹਦੀ ਖੁਸ਼ਖਬਰੀ ਤੁਹਾਨੂੰ ਸੁਣਾਉਣਾ, ਉਹਦਾ ਪ੍ਰਚਾਰ ਮੈਂ ਤੁਹਾਨੂੰ ਦਿੰਦਾ।
ਉਸਨੇ ਮੌਕਾ ਭਾਲ ਲਿਆ ਸੀ, ਉਸ ਨੂੰ ਮੌਕਾ ਮਿਲ ਚੁੱਕਾ ਸੀ ਖੁਸ਼ਖਬਰੀ ਸੁਣਾਉਣ ਦਾ। ਅੱਜ ਪੂਰੇ ਸੰਸਾਰ ਦੇ ਵਿੱਚ ਵੱਡੇ ਦਿਨ ਕਰਕੇ, ਕ੍ਰਿਸਮਸ ਕਰਕੇ ਲੋਕ ਇੱਕ ਦੂਜੇ ਨੂੰ ਮਿਲਦੇ ਹੈ, ਪਰ ਮੇਰੀ ਅਤੇ ਆਪ ਦੀ ਇੱਕ ਜ਼ਿੰਮੇਵਾਰੀ ਹੈ, ਸਾਨੂੰ ਇਸ ਸਮੇਂ ਦੇ ਵਿੱਚ ਹਮੇਸ਼ਾ ਆਪਣੇ ਲੋਕਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਦੋਸਤ ਮਿੱਤਰਾਂ ਦੇ ਵਿੱਚ ਅਤੇ ਸਮਾਜ ਦੇ ਵਿੱਚ ਇਸ ਖੁਸ਼ਖਬਰੀ ਨੂੰ ਸੁਣਾਉਣ ਦੇ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ, ਤਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਮਸੀਹ ਯਸੂ ਦੇ ਜੀਵਨ ਦੇ ਨਾਲ ਉਹਨਾਂ ਦੇ ਜੀਵਨਾਂ ਨੂੰ ਸੁਰੱਖਿਅਤ ਕਰ ਸਕੀਏ। ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਰਸੂਲਾਂ ਦੇ ਕਰਤੱਵ 1:4-12 ਦੇ ਵਿੱਚ, ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਇੱਕੋ ਹੀ ਨਾਮ ਦਿੱਤਾ ਗਿਆ ਜਿਸ ਤੋਂ ਬਚਾਏ ਜਾਣਾ, ਅਰਥਾਤ ਪ੍ਰਭੂ ਯਿਸੂ ਮਸੀਹ। ਔਰ ਬਾਣੀ ਦੇ ਵਿੱਚ ਜਦੋਂ ਅਸੀਂ ਪਹਿਲਾ ਯਹੋਨਾ 1:7 ਪੜ੍ਹਦੇ ਆ ਤਾਂ ਉੱਥੇ ਲਿਖਿਆ, ਯਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਇੱਥੇ ਉਹਦਾ ਹੀ ਪ੍ਰਚਾਰ ਕਰਨ ਦੇ ਲਈ ਪੌਲਸ ਦੱਸਦਾ ਹੈ, ਅਤੇ ਪੌਲਸ ਉਹਨਾਂ ਨੂੰ ਦੱਸਦਾ ਹੈ ਕਿ ਤੁਹਾਡੀਆਂ ਜਿਹੜੀਆਂ ਕੋਸ਼ਿਸ਼ਾਂ ਹੈ ਇਸ ਅਣਜਾਣੇ ਦੇਵ ਨੂੰ ਪ੍ਰਾਪਤ ਕਰਨ ਦੇ ਲਈ, ਤੁਹਾਡੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਹਜੇ ਵੀ ਅਧੂਰੀਆਂ ਹੈ, ਪਰ ਮੈਂ ਉਸ ਪੂਰੀ ਕੋਸ਼ਿਸ਼ ਨੂੰ ਪ੍ਰਾਪਤ ਕਰ ਲਿਆ ਹੈ। ਜਿਸ ਨੇ ਮੇਰਾ ਜੀਵਨ ਬਦਲ ਦਿੱਤਾ ਉਹ ਤੁਹਾਡਾ ਵੀ ਜੀਵਨ ਬਦਲ ਸਕਦਾ ਹੈ। ਜਿਸ ਨੇ ਮੈਨੂੰ ਆਤਮਿਕ ਸ਼ਾਂਤੀ ਦਿੱਤੀ ਹੈ, ਜਿਸ ਨੇ ਮੈਨੂੰ ਆਤਮਿਕ ਆਨੰਦ ਦਿੱਤਾ ਹੈ, ਜਿਸ ਨੇ ਮੈਨੂੰ ਆਤਮਿਕਤਾ ਦੇ ਵਿੱਚ ਆਪਣਾ ਪਵਿੱਤਰ ਜੀਵਨ ਦੇ ਦਿੱਤਾ ਹੈ, ਜਿਸ ਨੇ ਮੇਰੇ ਜੀਵਨ ਦੇ ਵਿੱਚ ਆਤਮਿਕ ਭਲਾਈ ਕੀਤੀ ਹੈ, ਜਿਸ ਨੇ ਮੈਨੂੰ ਆਪਣੇ ਨਾਲ ਮਿਲਣ ਦੇ ਲਈ ਜਿਉਂਦੀ ਆਸ ਦਿੱਤੀ ਹੈ, ਉਹ ਤੁਹਾਨੂੰ ਵੀ ਦੇ ਸਕਦਾ ਹੈ। ਪੌਲਸ ਦਾ ਇੱਥੇ ਪ੍ਰਚਾਰ ਸੀ ਅਥੇਨੇ ਦੇ ਵਿੱਚ, ਅਥੇਨੇ ਦੇ ਲੋਕਾਂ ਦੇ ਵਿੱਚ। ਉਸਨੇ ਮੌਕਾ ਭਾੜ ਲਿਆ, ਉਸ ਨੂੰ ਮੌਕਾ ਮਿਲ ਗਿਆ, ਪਰ ਉਸ ਦੇ ਵਿੱਚ ਜਲਨ ਸੀ। ਉਹ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਜਲ ਉੱਠਿਆ ਜਦੋਂ ਉਸਨੇ ਦੇਖਿਆ ਕਿ ਇਹ ਲੋਕ ਤਾਂ ਪਾਪ ਦੇ ਵਿੱਚ ਜਾ ਰਹੇ ਆ, ਇਹ ਲੋਕ ਤਾਂ ਮੌਤ ਦੇ ਵਿੱਚ ਚਲੇ ਜਾ ਰਹੇ ਆ, ਇਹਨਾਂ ਨੂੰ ਕੌਣ ਬਚਾਵੇਗਾ। ਯਸ਼ਾਇਆ ਨੂੰ ਸਵਾਲ ਆਇਆ ਸੀ। ਜਦੋਂ ਅਸੀਂ ਯਸ਼ਾਇਆ ਦੀ ਪੁਸਤਕ ਉਸ ਦਾ 6 ਅਧਿਆਇ ਉਸ ਦੀ 8 ਆਇਤ ਵਿੱਚ ਪੜ੍ਹਦੇ ਹਾਂ ਤਾਂ ਪਰਮੇਸ਼ਰ ਕਹਿੰਦਾ ਹੈ, ਕੌਣ ਮੇਰੇ ਲਈ ਜਾਏਗਾ। ਤਦ ਯਸ਼ਾਇਆ ਕਹਿੰਦਾ, ਆਈ ਐਮ ਰੈਡੀ, ਮੈਨੂੰ ਭੇਜੋ, ਮੈਂ ਤਿਆਰ ਹਾਂ। ਕਿ ਤੁਸੀਂ ਪਰਮੇਸ਼ਰ ਦੀ ਖੁਸ਼ਖਬਰੀ ਸੁਣਾਉਣ ਦੇ ਲਈ, ਅੱਜ ਪਰਮੇਸ਼ਰ ਦੀ ਆਵਾਜ਼ ਹੈ ਕਿ ਤੁਸੀਂ ਮੇਰੀ ਖੁਸ਼ਖਬਰੀ ਸੁਣਾਉਣ ਦੇ ਲਈ ਜਾਓਗੇ, ਤਾਂ ਤੁਸੀਂ ਯਸ਼ਾਇਆ ਦੀ ਤਰ੍ਹਾਂ ਕਹਿ ਸਕਦੇ ਹੋ, ਯਸ ਮੈਂ ਤਿਆਰ ਹਾਂ, ਮੈਂ ਤੇਰੀ ਖੁਸ਼ਖਬਰੀ ਸੁਣਾਉਣ ਦੇ ਲਈ ਜਾਵਾਂਗਾ। ਇਹ ਗੱਲ ਸੋਚਣ ਦੀ ਨਹੀਂ ਹੈ, ਇਹ ਗੱਲ ਕਹਿਣ ਦੀ ਨਹੀਂ ਹੈ, ਇਹ ਗੱਲ ਕਰਨ ਦੀ ਹੈ। ਮੈਂ ਉਹਦੇ ਲਈ ਕਰਨਾ ਹੈ, ਉਦੋਂ ਤੱਕ ਕਰਨਾ ਜਦ ਤੱਕ ਉਹ ਆ ਨਹੀਂ ਜਾਂਦਾ। ਕੀ ਅਸੀਂ ਇਸ ਖੁਸ਼ਖਬਰੀ ਨੂੰ ਸੁਣਾਉਣ ਦੇ ਲਈ ਮੌਕੇ ਦੀ ਭਾਲ ਦੇ ਵਿੱਚ ਰਹਿੰਦੇ ਹਾਂ? ਕੀ ਲੋਕ ਤੁਹਾਡੀ ਸੁਣਨ ਦੇ ਲਈ ਤਿਆਰ ਹੈ? ਤੁਸੀਂ ਉਹਨਾਂ ਤੱਕ ਪਹੁੰਚਣਾ ਹੈ। ਬਾਈਬਲ ਦੇ ਵਿੱਚ ਲਿਖਿਆ ਤੁਸੀਂ ਉਹਨਾਂ ਤੱਕ ਪਹੁੰਚਣਾ ਹੈ। ਬੋਲਣਾ ਤੁਹਾਡਾ ਕੰਮ ਨਹੀਂ, ਮੇਰਾ ਕੰਮ ਹੈ। ਮੈਂ ਤੁਹਾਨੂੰ ਸ਼ਬਦ ਦੇਵਾਂਗਾ, ਤੁਸੀਂ ਬੋਲੋਗੇ ਅਤੇ ਉਹਨਾਂ ਦੇ ਦਿਲ ਛਿੱਦ ਜਾਣੇ ਚਾਹੀਦੇ। ਇਸ ਦੇ ਲਈ ਮੈਂ ਕਰਨਾ ਕੀ ਹੈ? ਮੈਂ ਨਿੱਤ ਪ੍ਰਾਰਥਨਾ ਕਰਨੀ ਹੈ, ਪ੍ਰਭੂ ਮੈਨੂੰ ਆਪ ਦੀ ਖੁਸ਼ਖਬਰੀ ਸੁਣਾਉਣ ਦਾ ਮੇਰੇ ਲਈ ਦੁਆਰ ਖੋਲ, ਮੈਨੂੰ ਆਪਣੇ ਸ਼ਬਦ ਦੇ, ਤਾਂ ਕਿ ਮੈਂ ਤੇਰੀ ਖੁਸ਼ਖਬਰੀ ਨੂੰ ਉਹਨਾਂ ਲੋਕਾਂ ਤੱਕ ਸੁਣਾ ਸਕਾਂ ਜਿਹੜੇ ਹਜੇ ਵੀ ਇਸ ਮੌਤ ਅਤੇ ਅੰਧਕਾਰ ਦੇ ਸੰਸਾਰ ਵਿੱਚ ਜੀਵਨ ਜੀ ਰਹੇ ਹੈ। ਉਹਨਾਂ ਕੋਲ ਪਰਮੇਸ਼ਵਰ ਦੀ ਲਾਈਟ, ਪਰਮੇਸ਼ਵਰ ਦੀ ਜੋਤੀ ਉਹਨਾਂ ਕੋਲ ਆ ਸਕੇ, ਤਾਂ ਕਿ ਉਹਨਾਂ ਦਾ ਜੀਵਨ ਚਾਨਣ ਹੋ ਸਕੇ। ਚਾਨਣ ਦਾ ਭਾਵ ਕੀ ਹੈ? ਉਹ ਹਨੇਰੇ ਤੋਂ ਦੂਰ ਹੋ ਕੇ ਚਾਨਣ ਦੇ ਨੇੜੇ ਆ ਸਕਣ। ਪਿਆਰੇ ਅਜ਼ੀਜ਼, ਮੈਂ ਅਣਜਾਣੇ ਦੇਵ ਦੇ ਵਿੱਚ ਇਸ ਖੁਸ਼ਖਬਰੀ ਨੂੰ ਸੁਣਾਉਣ ਦੇ ਲਈ ਪਰਮੇਸ਼ਵਰ ਦੇ ਨਾਲ ਚੱਲਣ ਦਾ ਪ੍ਰਣ ਕੀਤਾ ਹੈ। ਕੀ ਤੁਸੀਂ ਕੀਤਾ ਹੈ? ਕੀ ਤੁਸੀਂ ਸੰਤਾ ਬਣ ਕੇ ਦੁਨੀਆ ਦੇ ਵਿੱਚ ਸੰਸਾਰ ਦੀਆਂ ਖੁਸ਼ੀਆਂ ਦੇ ਲਈ ਤਾਂ ਨਹੀਂ ਜਾ ਰਹੇ ਹੋ? ਮੇਰਾ ਪ੍ਰਭੂ ਸੰਤਾ ਬਣ ਕੇ ਨਹੀਂ ਸੀ ਆਇਆ। ਮੇਰਾ ਪ੍ਰਭੂ ਮੇਰਾ ਮੁਕਤੀ ਦਾਤਾ ਬਣ ਕੇ, ਭਾਵ ਸੰਸਾਰ ਦਾ ਮੁਕਤੀ ਦਾਤਾ ਬਣ ਕੇ ਆਇਆ ਸੀ। ਅਸੀਂ ਸੰਤਾ ਕਲੌਜ਼ ਨਹੀਂ ਬਣਨਾ ਹੈ। ਉਹ ਸੰਤਾ
ਇਟਲੀ ਰੋਮ ਦਾ ਇੱਕ ਦੇਵ ਹੈ। ਅਸੀਂ ਉਸ ਦੇ ਪਿੱਛੇ ਨਹੀਂ ਜਾਣਾ ਹੈ, ਅਸੀਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਜਾਣਾ ਹੈ, ਜਿਸ ਨੇ ਕਿਹਾ ਹੈ ਕਿ ਸਮਾਂ ਨੇੜੇ ਹੈ, ਉਹਦਾ ਆਉਣਾ ਨੇੜੇ ਹੈ। ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਵੀ ਇਦਾਂ ਹੀ ਸ਼ੁਰੂ ਹੋਇਆ ਸੀ, ਸਵਰਗ ਦਾ ਰਾਜ ਨੇੜੇ ਹੈ, ਤੌਬਾ ਕਰੋ, ਮਨ ਫਿਰਾਓ। ਅਸੀਂ ਕੀ ਇਸ ਕੰਮ ਦੇ ਵਿੱਚ ਲੱਗੇ ਹਾਂ? ਇਸ ਕੰਮ ਦੇ ਲਈ ਅਸੀਂ ਖੋਜ ਕਰ ਰਹੇ ਹਾਂ। ਜੇ ਕਰ ਰਹੇ ਹਾਂ ਤਾਂ ਪ੍ਰਭੂ ਤੁਹਾਨੂੰ ਉਹਦਾ ਇਨਾਮ ਦੇਗਾ। ਜੇ ਨਹੀਂ ਕਰ ਰਹੇ ਹਾਂ ਤਾਂ ਅੱਜ ਪ੍ਰਣ ਕਰੋ, ਪ੍ਰਭੂ ਮੈਂ ਤੇਰੀ ਖੁਸ਼ਖਬਰੀ ਸੁਣਾਉਣ ਦੇ ਲਈ ਤਿਆਰ ਹਾਂ। ਮੈਨੂੰ ਆਪਣੇ ਅਲਫਾਜ਼ ਦਿਓ, ਮੈਨੂੰ ਆਪਣਾ ਮੌਕਾ ਦਿਓ, ਤਾਂ ਕਿ ਮੈਂ ਉਸ ਜਗ੍ਹਾ ਦੇ ਵਿੱਚ ਜਿੱਥੇ ਤੁਸੀਂ ਚਾਹੁੰਦੇ ਹੋ ਮੈਂ ਤੇਰੀ ਖੁਸ਼ਖਬਰੀ ਸੁਣਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਮੌਤ ਦੇ ਵਿੱਚ ਮਰ ਰਹੇ ਆ, ਜਿਹੜੇ ਮੌਤ ਦੇ ਬੰਧਨਾਂ ਵਿੱਚ ਜਾ ਰਹੇ ਆ, ਉਹਨਾਂ ਨੂੰ ਮੈਂ ਧੂ ਕੇ ਤੇਰੇ ਵਿੱਚ ਕੱਢ ਕੇ ਤੇਰੇ ਸਵਰਗੀ ਰਾਜ ਵਿੱਚ ਲੈ ਆਵਾਂ। ਇਹ ਤੇਰੀ ਸਮਰਥ ਦੇ ਨਾਲ ਹੋ ਸਕਦਾ ਹੈ, ਤੇਰੀ ਸਮਝ ਦੇ ਨਾਲ ਹੋ ਸਕਦਾ ਹੈ, ਤੇਰੇ ਗਿਆਨ ਨਾਲ ਹੋ ਸਕਦਾ ਅਤੇ ਤੇਰੀ ਬੁੱਧ ਨਾਲ ਹੋ ਸਕਦਾ ਹੈ। ਪ੍ਰਭੂ ਮੈਂ ਤਿਆਰ ਹਾਂ, ਮੈਨੂੰ ਆਪਣੀ ਬੁੱਧ, ਆਪਣੀ ਸਮਝ ਦੇ, ਜਿਸ ਦੇ ਨਾਲ ਮੈਂ ਤੇਰੇ ਵਚਨ ਨੂੰ ਸੁਣਾ ਕੇ ਤੇਰੀ ਖੁਸ਼ਖਬਰੀ ਦਾ ਪ੍ਰਚਾਰ ਕਰਕੇ ਤੇਰੇ ਨਾਲ ਜਿਉਂਦੀ ਆਸ ਦੇ ਵਿੱਚ ਮਿਲ ਸਕਾਂ। ਅਜਿਹਾ ਹੋਣ ਦੇ ਲਈ ਪ੍ਰਭੂ ਮਦਦ ਕਰੇ। ਸਾਨੂੰ ਖੁਸ਼ਖਬਰੀ ਦੇ ਮੌਕੇ ਦੀ ਭਾਲ ਦੇ ਵਿੱਚ ਖੁਸ਼ਖਬਰੀ ਸੁਣਾਉਣ ਦੇ ਲਈ ਪ੍ਰਭੂ ਸਾਡੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।